ਬੁਰੇ ਕੰਮ ਦਾ ਬੁਰਾ ਨਤੀਜਾ। ਮੇਰਾ ਨਾਮ ਖੁਸ਼ੀ ਹੈ। ਮੈਂ ਇੱਕ ਹਾਊਸਵਾਈਫ ਹਾਂ। ਮੈਂ MA BA ਦੀ ਡਿਗਰੀ ਪੂਰੀ ਕੀਤੀ ਸੀ ਕਿ ਮੇਰਾ ਵਿਆਹ ਹੋ ਗਿਆ। ਸਹੁਰੇ ਘਰ ਵਿੱਚ ਗਈ ਤਾਂ ਸਹੁਰੇ ਪਰਿਵਾਰ ਜ਼ਿਆਦਾ ਵੱਡਾ ਨਹੀਂ ਸੀ। ਮੇਰੇ ਸਹੁਰਾ ਸਾਹਿਬ ਦੀ ਸਾਡੇ ਵਿਆਹ ਤੋਂ ਥੋੜ੍ਹਾ ਟਾਈਮ ਪਹਿਲਾਂ ਮੌਤ ਹੋ ਗਈ ਸੀ। ਸੱਸ ਜਿਉਂਦੀ ਸੀ ਤੇ ਇੱਕ ਨਨਾਣ ਸੀ ਜਿਸ ਦਾ ਨਾਮ ਮਹਿਕ ਸੀ। ਉਹ ਮੇਰੇ ਪਤੀ ਤੋਂ ਛੋਟੀ ਸੀ। ਉਹ ਮੈਡੀਕਲ ਕਾਲਜ ਵਿੱਚ ਪੜ੍ਹ ਰਹੀ ਸੀ ਤੇ ਮੇਰੇ ਪਤੀ ਇੱਕ ਦਫ਼ਤਰ ਵਿੱਚ ਕੰਮ ਕਰਦੇ ਸੀ। ਮੇਰੇ ਸਹੁਰਾ ਸਾਹਿਬ ਫੌਜੀ ਸੀ ਤੇ ਉਹਨਾਂ ਦੀ ਅੱਛੀ ਖਾਸੀ ਪੈਨਸ਼ਨ ਆਉਂਦੀ ਸੀ ਜੋ ਕਿ ਮੇਰੀ ਨਨਾਣ ਦੀ ਪੜ੍ਹਾਈ 'ਤੇ ਖਰਚ ਹੋ ਜਾਂਦੀ। ਮੇਰੀ ਸੱਸ ਤੇ ਨਨਾਣ ਨੂੰ ਸਿਰਫ ਆਪਣੇ ਆਪ ਨਾਲ ਮਤਲਬ ਸੀ। ਉਹ ਮੈਨੂੰ ਜ਼ਿਆਦਾ ਬੁਲਾਉਂਦੀਆਂ ਨਹੀਂ ਸੀ। ਇੱਕ ਦਿਨ ਮੇਰੇ ਘਰ ਮੇਰੀ ਭਾਬੀ ਆਈ ਤਾਂ ਉਸਨੇ ਦੇਖਿਆ ਤੇਰੀ ਸੱਸ ਤੇ ਨਣਦ ਤਾਂ ਖਾ ਪੀ ਕੇ ਆਰਾਮ ਨਾਲ ਆਪਣੇ ਕਮਰਿਆਂ ਵਿੱਚ ਚਲੀਆਂ ਗਈਆਂ। ਜੇ ਮੈਂ ਨਾ ਹੁੰਦੀ ਤਾਂ ਤੂੰ ਇਕੱਲੀ ਨੇ ਰਹਿਣਾ ਸੀ। ਮੈਨੂੰ ਲੱਗਦਾ ਤੈਨੂੰ ਤਾਂ ਕੋਈ ਕੁਝ ਸਮਝਦਾ ਹੀ ਨਹੀਂ। ਇਹ ਗੱਲ ਸੁਣ ਕੇ ਮੈਨੂੰ ਆਪਣੀ ਬੇਇੱਜ਼ਤੀ ਮਹਿਸੂਸ ਹੋਈ ਤੇ ਬੈਠ ਕੇ ਸੋਚਿਆ ਕਿ ਭਾਬੀ ਠੀਕ ਹੀ ਕਹਿ ਰਹੀ ਆ। ਨਨਾਣ ਮੇਰੀ ਪੜ੍ਹਾਈ ਦਾ ਬਹਾਨਾ ਬਣਾ ਕੇ ਕਮਰੇ ਵਿੱਚ ਬੈਠੀ ਰਹਿੰਦੀ, ਮਾਂ ਉਸਦੇ ਕੋਲ, ਇੱਧਰ ਮੈਂ ਵਿਚਾਰੀ ਬੈਠੀ ਬੋਰ ਹੋ ਜਾਂਦੀ। ਹਾਲਾਂਕਿ ਇਹ ਦੋਨੋਂ ਮੇਰੇ ਪਤੀ ਦੇ ਪੈਸਿਆਂ 'ਤੇ ਹੀ ਪਲ ਰਹੀਆਂ ਸੀ। ਫਿਰ ਇਹ ਗੱਲ ਦਾ ਅਹਿਸਾਸ ਹੁੰਦਿਆਂ ਹੀ ਮੈਂ ਵੀ ਦੂਜਿਆਂ ਦੀਆਂ ਨੂੰਹਾਂ ਵਾਂਗ ਨਖਰੇ ਦਿਖਾਉਣੇ ਸ਼ੁਰੂ ਕਰ ਦਿੱਤੇ। ਮੈਂ ਘਰ ਦਾ ਸਾਰਾ ਕੰਮ ਕਰਨਾ ਬੰਦ ਕਰ ਦਿੱਤਾ। ਸੱਸ ਸਾਰਾ ਕੰਮ ਕਰਨ ਲੱਗ ਗਈ। ਉਸਨੇ ਮੈਨੂੰ ਇੱਕ ਵਾਰ ਵੀ ਨਹੀਂ ਕਿਹਾ ਕਿ ਤੂੰ ਕੰਮ ਕਿਉਂ ਨਹੀਂ ਕਰਦੀ। ਉਹ ਟਾਈਮ ਨਾਲ ਹੀ ਕਿਚਨ ਦਾ ਕੰਮ ਖਤਮ ਕਰਕੇ ਵਿਹਲੀ ਹੋ ਜਾਂਦੀ। ਮੈਨੂੰ ਸੀ ਕਿ ਉਹ ਮੈਨੂੰ ਕੰਮ ਨੂੰ ਕਹਿਣ ਤੇ ਮੈਂ ਉਸ ਨਾਲ ਲੜਾਂ, ਪਰ ਉਹ ਮੈਨੂੰ ਕਦੇ ਕੁਝ ਨਾ ਕਹਿੰਦੀ। ਇੱਕ ਦਿਨ ਇਹ ਗੱਲਾਂ ਮੈਂ ਆਪਣੀ ਮਾਂ ਨੂੰ ਦੱਸੀਆਂ ਤਾਂ ਮੇਰੀ ਮਾਂ ਮੈਨੂੰ ਹੀ ਬੋਲਣ ਲੱਗ ਗਈ ਕਿ ਤੂੰ ਘਰ ਦਾ ਕੰਮ ਕਿਉਂ ਨਹੀਂ ਕਰਦੀ। ਤੂੰ ਵੀ ਹੁਣ ਐਸ਼ ਆਪਣੀ ਸੱਸ ਦੇ ਸਿਰ 'ਤੇ ਹੀ ਕਰਦੀ ਆਂ। ਜਦੋਂ ਤੇਰੀ ਸੱਸ ਨੂੰ ਕੁਝ ਹੋ ਗਿਆ ਤਾਂ ਤੇਰੇ 'ਤੇ ਜ਼ਿੰਮੇਵਾਰੀਆਂ ਪੈ ਗਈਆਂ ਤਾਂ ਫਿਰ ਤੂੰ ਆਹ ਗੱਲਾਂ ਨਹੀਂ ਕਰਨੀਆਂ। ਮੈਨੂੰ ਮੇਰੀ ਮਾਂ ਦੀਆਂ ਗੱਲਾਂ ਬੁਰੀਆਂ ਲੱਗੀਆਂ ਕਿਉਂਕਿ ਉਸਨੇ ਮੈਨੂੰ ਹੀ ਖਰੀਆਂ ਸੁਣਾ ਦਿੱਤੀਆਂ। ਇੱਕ ਦਿਨ ਅਚਾਨਕ ਮੇਰੀ ਸੱਸ ਨੇ ਮੈਨੂੰ ਕਹਿ ਦਿੱਤਾ ਕਿ ਛੱਤ ਤੋਂ ਕੱਪੜੇ ਉਤਾਰ ਲਿਆ ਤੇ ਮੈਂ ਫੁੱਟ ਕੇ ਉਸ ਨੂੰ ਪੈ ਗਈ ਕਿਉਂਕਿ ਮੈਂ ਤਾਂ ਇਹੀ ਚਾਹੁੰਦੀ ਸੀ ਕਿ ਉਹ ਮੈਨੂੰ ਕਿਸੇ ਨੂੰ ਕੰਮ ਨੂੰ ਆਖਣ ਤੇ ਮੈਂ ਉਹਨਾਂ ਨੂੰ ਖਰੀਆਂ ਸੁਣਾਵਾਂ। ਮੈਂ ਕਿਹਾ ਤੁਸੀਂ ਮੇਰੇ ਪਤੀ ਦੇ ਪੈਸਿਆਂ 'ਤੇ ਪਲ ਰਹੀਆਂ ਹੋ, ਮੈਂ ਕਿਉਂ ਕੱਪੜੇ ਉਤਾਰਾਂ। ਮੇਰਾ ਇੰਨਾ ਕਹਿਣ ਦੀ ਦੇਰ ਸੀ ਕਿ ਸੱਸ ਨੇ ਮੇਰੇ ਖੰਭ ਹੀ ਕੱਟ ਦਿੱਤੇ ਤੇ ਕਹਿੰਦੀ ਜੇ ਤੈਨੂੰ ਆਪਣੇ ਪਤੀ ਦੇ ਪੈਸਿਆਂ ਦਾ ਇੰਨਾ ਹੀ ਗੁਮਾਨ ਆ ਤਾਂ ਜਾ ਆਪਣੇ ਪਤੀ ਨੂੰ ਆਪਣੇ ਪੇਕੇ ਲੈ ਜਾ। ਸਾਡਾ ਤਾਂ ਉਹ ਪਰਮਾਤਮਾ ਹੈ, ਕਿਉਂਕਿ ਉਹ ਘਰ ਮੇਰੀ ਸੱਸ ਦੇ ਨਾਮ ਸੀ। ਇਹ ਸੁਣ ਕੇ ਮੈਂ ਚੁੱਪ ਹੋ ਗਈ ਕਿਉਂਕਿ ਮੇਰੇ ਪੇਕੇ ਪਰਿਵਾਰ ਵਾਲੇ ਗਰੀਬ ਸੀ। 2 ਕਮਰਿਆਂ ਦੇ ਘਰ ਵਿੱਚ ਰਹਿੰਦੇ ਸੀ ਤੇ ਉਹਨਾਂ ਕਮਰਿਆਂ ਵਿੱਚੋਂ ਮੇਰੇ 2 ਭਰਾ ਭਰਜਾਈ ਰਹਿੰਦੇ ਸੀ। ਇਸ ਕਰਕੇ ਮੈਂ ਚੁੱਪ ਰਹਿਣ ਵਿੱਚ ਹੀ ਭਲਾਈ ਸਮਝੀ। ਜਿੰਨਾ ਚਿਰ ਸੱਸ ਜਿਉਂਦੀ ਰਹੀ ਮੈਂ ਉਹਨਾਂ ਦੇ ਰੁੱਖੇ ਸੁੱਖੇ ਰਵੱਈਏ ਨੂੰ ਬਰਦਾਸ਼ਤ ਕਰਦੀ ਰਹੀ। ਵੈਸੇ ਵੀ ਮੇਰੀ ਸੱਸ ਤੇ ਮੇਰੀ ਨਣਦ ਮੇਰੇ ਕਿਸੇ ਵੀ ਕੰਮ ਵਿੱਚ ਦਖਲ ਅੰਦਾਜ਼ੀ ਨਹੀਂ ਕਰਦੀਆਂ ਸੀ। ਅਚਾਨਕ ਇੱਕ ਦਿਨ ਮੇਰੀ ਸੱਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਤੇ ਸਾਰੀ ਜ਼ਿੰਮੇਵਾਰੀ ਮੇਰੇ ਸਿਰ 'ਤੇ ਆਣ ਡਿੱਗੀ। ਇੱਕ ਤਾਂ ਨਣਦ ਪੜ੍ਹਾਈ ਕਰਦੀ ਸੀ, ਉਹ ਤਾਂ ਪਹਿਲਾਂ ਨਹੀਂ ਮੇਰੇ ਨਾਲ ਕੰਮ ਵਿੱਚ ਹੱਥ ਵਟਾਉਂਦੀ ਤੇ ਹੁਣ ਤਾਂ ਕੀ ਵਟਾਉਣਾ, ਤੇ ਦੂਜਾ ਮੈਂ ਪ੍ਰੈਗਨੈਂਟ ਸੀ। ਹੁਣ ਤਾਂ ਮੇਰਾ ਘਰ ਤੋਂ ਘਰੇ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ। ਪਹਿਲਾਂ ਤਾਂ ਮੈਂ ਆਪਣੇ ਪੇਕੇ 2-2 ਦਿਨ ਲਾ ਆਉਂਦੀ। ਇਹ ਸਭ ਦੇਖ ਕੇ ਮੈਨੂੰ ਗੁੱਸਾ ਚੜ੍ਹਦਾ ਰਹਿੰਦਾ ਕਿਉਂਕਿ ਮੇਰੀ ਨਣਦ ਤਾਂ ਹਮੇਸ਼ਾ ਬਾਹਰ ਹੀ ਰਹਿੰਦੀ। ਇਹ ਸਭ ਦੇਖ ਕੇ ਮੇਰੇ ਨਣਦ ਪ੍ਰਤੀ ਸ਼ਿਕਵੇ ਵੱਧਦੇ ਗਏ। ਸਮਾਂ ਗੁਜ਼ਰਨ ਦੇ ਨਾਲ ਉਹ ਹੋਰ ਬਿਜੀ ਹੋ ਗਈ ਤੇ ਮੈਂ ਅੰਦਰ ਹੀ ਅੰਦਰ ਜਲਨ ਹੋਣ ਲੱਗੀ ਕਿਉਂਕਿ ਮੇਰੀ ਨਣਦ ਮੇਰੇ ਤੋਂ ਖੂਬਸੂਰਤ ਤੇ ਦਿਮਾਗਦਾਰ ਸੀ। ਉਹ ਪੜ੍ਹਾਈ ਪੂਰੀ ਕਰਕੇ ਡਾਕਟਰ ਬਣ ਗਈ ਤੇ ਉਸ ਦੀ ਤਨਖਾਹ ਮੇਰੇ ਪਤੀ ਦੀ ਤਨਖਾਹ ਨਾਲੋਂ ਕਿਤੇ ਵੱਧ ਸੀ। ਉਸਨੇ ਆਪਣੀ ਐਸ਼-ਪ੍ਰਸਤੀ ਪਹਿਲਾਂ ਨਾਲੋਂ ਵੀ ਵੱਧ ਕਰ ਦਿੱਤੀ। ਇਹ ਸਭ ਦੇਖ ਕੇ ਮੈਂ ਪਰੇਸ਼ਾਨ ਹੋ ਜਾਂਦੀ ਕਿਉਂਕਿ ਮੈਂ MA BA ਕਰਕੇ ਵੀ ਘਰ ਬੈਠੀ ਸੀ। ਜੇ ਮੈਂ ਆਪਣੀ ਨਣਦ ਬਾਰੇ ਆਪਣੇ ਪਤੀ ਨੂੰ ਕੁਝ ਕਹਿਣਾ ਤਾਂ ਉਸਨੇ ਮੈਨੂੰ ਹੀ ਚੁੱਪ ਕਰਾ ਦੇਣਾ। ਇੱਕ ਦਿਨ ਮੇਰੀ ਨਣਦ ਘਰ ਆ ਕੇ ਆਪਣੇ ਵੀਰ ਨੂੰ ਕਹਿੰਦੀ, ਮੇਰੇ ਨਾਲ ਇੱਕ ਡਾਕਟਰ ਮੁੰਡਾ ਜਿਸ ਨੂੰ ਮੈਂ ਪਿਆਰ ਕਰਦੀ ਹਾਂ, ਤੁਸੀਂ ਉਸ ਨੂੰ ਮਿਲ ਲਓ।
ਇਹ ਸੁਣ ਕੇ ਮੇਰੇ ਕਾਲਜੇ ਅੱਗ ਲੱਗ ਗਈ। ਲੈ, ਇਹ ਹੁਣ ਆਪਣੀ ਮਰਜ਼ੀ ਨਾਲ ਵਿਆਹ ਕਰਾਏਗੀ। ਪਰ ਮੇਰੀ ਕਿੱਥੇ ਚੱਲਦੀ, ਮੈਂ ਆਪਣੇ ਆਪ ਵਿੱਚ ਹੀ ਸੜੀ ਜਾਂਦੀ। ਮੇਰੇ ਪਤੀ ਨੇ ਵੀ ਅੱਗੋਂ ਆਖ ਦਿੱਤਾ ਕਿ ਠੀਕ ਆ, ਜੋ ਤੂੰ ਪਸੰਦ ਕਰੇਂਗੀ ਬਹੁਤ ਵਧੀਆ ਹੋਵੇਗਾ। ਮੇਰਾ ਪਤੀ ਉਸ ਡਾਕਟਰ ਮੁੰਡੇ ਨੂੰ ਮਿਲਿਆ ਤੇ ਮੇਰੀ ਨਣਦ ਨਾਲ ਵਿਆਹ ਕਰ ਦਿੱਤਾ ਤੇ ਉਹ ਆਪਣੇ ਸਹੁਰੇ ਘਰ ਚਲੀ ਗਈ। ਇੱਕ ਦਿਨ ਉਹ ਮਿਲਣ ਲਈ ਸਾਡੇ ਕੋਲ ਆਈ। ਉਹ ਸੋਨੇ ਨਾਲ ਲੱਦੀ ਪਈ। ਮੈਨੂੰ ਉਸ ਨੂੰ ਦੇਖ ਕੇ ਗੁੱਸਾ ਆਈ ਜਾਂਦਾ। ਉਹ ਸੌਣ ਲਈ ਉੱਪਰ ਗਈ ਕਿਉਂਕਿ ਉਸ ਦਾ ਕਮਰਾ ਉੱਪਰ ਸੀ। ਮੈਂ ਆਪਣੇ ਦਿਮਾਗ ਵਿੱਚ ਸੋਚਣ ਲੱਗੀ ਕਿ ਕਿਉਂ ਨਾ ਮੈਂ ਇਹੋ ਜਿਹਾ ਕੁਝ ਕਰਾਂ ਜਿਸ ਨਾਲ ਇਹ ਘਰੇ ਬੈਠ ਜਾਵੇ। ਫਿਰ ਮੇਰੇ ਦਿਮਾਗ ਵਿੱਚ ਆਇਆ ਕਿ ਮੈਂ ਕਿਉਂ ਨਾ ਪੌੜੀਆਂ ਉੱਪਰ ਤੇਲ ਡੋਲ ਦੇਵਾਂ। ਜਦੋਂ ਇਹ ਹੇਠਾਂ ਉਤਰੇਗੀ ਤਾਂ ਇਸ ਦਾ ਪੈਰ ਫਿਸਲ ਜਾਵੇਗਾ ਤੇ ਲੱਤ ਟੁੱਟ ਜਾਵੇਗੀ। ਜਦੋਂ ਉਹ ਪੌੜੀਆਂ ਤੋਂ ਥੱਲੇ ਖਟ-ਖਟ ਕਰਦੀ ਉਤਰਦੀ ਤਾਂ ਮੇਰਾ ਦਿਲ ਜਲ ਕੇ ਰਾਖ ਹੋ ਜਾਂਦਾ। ਪਤਾ ਨਹੀਂ ਕਿਉਂ ਮੈਨੂੰ ਉਸ ਨਾਲ ਇੰਨੀ ਨਫ਼ਰਤ ਸੀ। ਨਾਲੇ ਉਸ ਨੇ ਮੈਨੂੰ ਕਦੀ ਚੰਗਾ ਮਾੜਾ ਵੀ ਨਹੀਂ ਕਿਹਾ ਸੀ। ਜਦੋਂ ਮੈਂ ਸਵੇਰੇ ਉੱਠੀ ਤਾਂ ਪੌੜੀਆਂ ਉੱਪਰ ਸੋਇਆਬੀਨ ਦਾ ਤੇਲ ਛਿੜਕ ਦਿੱਤਾ। ਮੇਰੇ ਪਤੀ ਆਫਿਸ ਜਾਣ ਲਈ ਤਿਆਰ ਹੋ ਰਹੇ ਸੀ ਤੇ ਮੈਂ ਕਿਚਨ ਵਿੱਚ ਜਾ ਕੇ ਉਹਨਾਂ ਲਈ ਖਾਣਾ ਬਣਾਉਣਾ ਸ਼ੁਰੂ ਕਰ ਦਿੱਤਾ। ਥੋੜ੍ਹੇ ਟਾਈਮ ਬਾਅਦ ਜਦੋਂ ਚੀਕਣ ਦੀ ਆਵਾਜ਼ ਮੇਰੇ ਕੰਨੀ ਪਈ ਤਾਂ ਮੈਂ ਕਿਹਾ, ਮਜ਼ਾ ਆ ਗਿਆ, ਚਲੋ ਅੱਜ ਮੇਰਾ ਕੰਮ ਹੋ ਗਿਆ। ਪਰ ਮੇਰੀ ਬਦਕਿਸਮਤੀ, ਜਦੋਂ ਮੈਂ ਬਾਹਰ ਨਿਕਲ ਕੇ ਦੇਖਿਆ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਕਿਉਂਕਿ ਉਹ ਚੀਕ ਮੇਰੀ ਨਣਦ ਦੀ ਨਹੀਂ, ਮੇਰੇ ਪਤੀ ਦੀ ਸੀ। ਮੇਰੇ ਪਤੀ ਤੇਲ ਉੱਪਰੋਂ ਤਿਲਕ ਕੇ ਡਿੱਗ ਗਏ। ਆਵਾਜ਼ ਸੁਣ ਕੇ ਮੇਰੀ ਨਣਦ ਹੇਠਾਂ ਨੂੰ ਭੱਜੀ ਆ ਰਹੀ ਸੀ ਤਾਂ ਮੇਰੇ ਪਤੀ ਨੇ ਆਵਾਜ਼ ਲਗਾਈ, ਮਹਿਕ ਇੱਥੇ ਨਾ ਆਈ, ਇੱਥੇ ਤੇਲ ਡੁੱਲਿਆ ਹੋਇਆ। ਪਰ ਉਹ ਫਿਰ ਵੀ ਹੇਠਾਂ ਮੇਰੇ ਪਤੀ ਨੂੰ ਚੁੱਕਣ ਲਈ ਆ ਗਈ। ਉਹ ਡਾਕਟਰ ਸੀ। ਜਦੋਂ ਉਸਨੇ ਦੇਖਿਆ ਤਾਂ ਕਿਹਾ, ਵੀਰੇ ਤੇਰਾ ਤਾਂ ਮੋਢਾ ਤੇ ਲੱਤ ਟੁੱਟ ਗਈ। ਮੇਰਾ ਪਤੀ ਮੰਜੇ ਤੇ ਬੈਠ ਗਿਆ। ਮੈਂ ਆਪਣੇ ਆਪ ਇੱਕ ਮੁਸੀਬਤ ਹੋਰ ਗਲ ਪਾ ਲਈ। ਮੇਰੀ ਨਣਦ 2 ਦਿਨ ਰਹਿ ਕੇ ਸਹੁਰੇ ਚਲੀ ਗਈ ਤੇ ਸਾਡਾ ਸਾਰਾ ਕੰਮ ਰੁਕ ਗਿਆ। ਉਹ ਹੁਣ ਆਫਿਸ ਵੀ ਨਹੀਂ ਸੀ ਜਾ ਸਕਦੇ। ਤਨਖਾਹ ਮਿਲਣੋਂ ਬੰਦ ਹੋ ਗਈ। ਘਰ ਵਿੱਚ ਪੈਸਿਆਂ ਦੀ ਤੰਗੀ ਆ ਗਈ। ਇਹ ਸਭ ਵਿੱਚ ਮੇਰੀ ਨਣਦ ਨੇ ਪੈਸਿਆਂ ਵਾਲੇ ਪਾਸਿਓਂ ਸਾਡੀ ਪੂਰੀ ਮਦਦ ਕੀਤੀ। ਮੈਂ ਆਪਣੀ ਨਣਦ ਦਾ ਬੁਰਾ ਕਰਨਾ ਚਾਹਿਆ, ਪਰ ਮੈਂ ਤਾਂ ਆਪਣੇ ਬਣਾਏ ਜਾਲ ਵਿੱਚ ਆਪ ਹੀ ਫਸ ਗਈ। ਕਿਉਂਕਿ ਜੇ ਆਪਾਂ ਕਿਸੇ ਲਈ ਟੋਆ ਪੁੱਟਦੇ ਹਾਂ ਤਾਂ ਇੱਕ ਨਾ ਇੱਕ ਦਿਨ ਉਸ ਟੋਏ ਵਿੱਚ ਆਪਾਂ ਵੀ ਜ਼ਰੂਰ ਡਿੱਗਦੇ ਹਾਂ। ਸੋ ਇਹ ਸੀ ਸਾਡੀ ਅੱਜ ਦੀ ਕਹਾਣੀ। ਜੇ ਕਹਾਣੀ ਥੋੜ੍ਹੀ ਬਹੁਤੀ ਵੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ। ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ। ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ। ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ।